ਅੱਜ ਭਾਦਰੋਂ ਮਹੀਨੇ ਦੀ ਆਰੰਭਤਾ ਹੈ। ਆਪਾਂ ਸ਼ਬਦ ਵਰਤਦੇ ਆ ਭਾਦਰੋਂ, ਪਰ ਗੁਰੂ ਸਾਹਿਬ ਨੇ ਇਸ ਮਹੀਨੇ ਦੇ ਲਈ ਜਿਹੜਾ ਸ਼ਬਦ ਵਰਤਿਆ ਭਾ ਦੋਏ, ਇਹ ਸ਼ਬਦ ਵੀ ਵਿਚਾਰਨ ਵਾਲਾ ਹੈ। ਭਾ ਦੋਏ ਭਾਵ ਦੋ ਭਾਗਾਂ ਵਿੱਚ, ਦੋ ਹਿੱਸਿਆਂ ਵਿੱਚ ਵੰਡਿਆ ਹੋਇਆ। ਦੇਖੋ ਗੱਲ ਭਾਦਰੋਂ ਦੇ ਮਹੀਨੇ ਨੂੰ ਆਧਾਰ ਬਣਾ ਕੇ, ਮੌਸਮ ਨੂੰ ਆਧਾਰ ਬਣਾ ਕੇ ਬਾਹਰੀ ਗੱਲ ਕੀਤੀ ਹੈ, ਪਰ ਗਿਆਨ ਸਾਨੂੰ ਰੂਹਾਨੀਅਤ ਦਾ ਬਖਸ਼ਿਆ ਹੈ। ਵੀ ਜਿਵੇਂ ਇਸ ਮਹੀਨੇ ਵਿੱਚ ਮੌਸਮ ਵਿੱਚ ਪਲ ਪਲ ਬਦਲਾਅ ਹੁੰਦਾ ਹੈ। ਹੁਣੇ ਧੁੱਪ ਹੈ ਤੇ ਅਗਲੇ ਪਲ ਮੀਂਹ ਪੈਣ ਲੱਗ ਪੈਂਦਾ ਹੈ। ਵੀ ਇੱਕ ਸਾਰ ਇੱਕ ਜਿਹਾ ਮੌਸਮ ਨਹੀਂ ਰਹਿੰਦਾ ਇਸ ਮਹੀਨੇ ਵਿੱਚ। ਗੁਰੂ ਸਾਹਿਬ ਆਖਦੇ ਨੇ ਭਾਈ, ਇਸ ਤਰ੍ਹਾਂ ਜਿਹੜਾ ਮਨੁੱਖੀ ਮਨ ਹੈ, ਮਨੁੱਖੀ ਜੋ ਸੁਭਾਅ ਹੈ, ਇਹਦੇ ਵਿੱਚ ਵੀ ਬਾਰ-ਬਾਰ ਤਬਦੀਲੀ ਹੁੰਦੀ ਹੈ, ਬਾਰ-ਬਾਰ ਬਦਲਾਅ ਹੁੰਦਾ ਹੈ। ਵੀ ਗੁਰੂ ਕੋਲ ਆ ਕੇ ਵੀ ਅਰਦਾਸ ਕਰਦਾ ਹੈ, ਗੁਰੂ ਕੋਲ ਆ ਕੇ ਵੀ ਮੰਗਦਾ ਹੈ, ਤੇ ਬਾਹਰ ਕਿਤੇ ਪਤਾ ਲੱਗੇ ਦੇਹ ਧਾਰਿਆਂ ਕੋਲ ਜਾ ਕੇ ਵੀ ਮੱਥਾ ਟੇਕ ਬਹਿੰਦਾ ਕਈ ਵਾਰ। ਇਹ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਮਨਮੁਖ ਨੇ, ਮਨ ਦੇ ਪਿੱਛੇ ਤੁਰਨ ਵਾਲੇ। ਜਿਹੜਾ ਗੁਰਮੁਖ ਹੈ, ਜਿਹਦੀ ਗੁਰੂ ਦੇ ਨਾਲ ਸਾਂਝ ਬਣ ਗਈ, ਉਹ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਭਰਮ ਭੁਲੇਖੇ ਵਿੱਚ ਨਹੀਂ ਪੈਂਦਾ। ਪਰ ਜਿਹੜਾ ਮਨ ਦਾ ਗੁਲਾਮ ਹੈ, ਮਨ ਦੇ ਪਿੱਛੇ ਤੁਰਨ ਵਾਲਾ ਹੈ, ਉਹ ਭਰਮ ਵਿੱਚ ਤੁਰਿਆ ਫਿਰਦਾ ਹੈ। ਕਿਉਂਕਿ ਗੁਰੂ ਸਾਹਿਬ ਨੇ ਭਰਮ ਦੀ ਵੀ ਗੱਲ ਕੀਤੀ, ਵੀ ਭਰਮ ਵਿੱਚ ਪੈ ਕੇ ਜੀਵ ਇਸਤਰੀ ਪਰਮੇਸ਼ਰ ਨੂੰ ਭੁੱਲ ਬੈਠੀ। ਅਸੀਂ ਸਾਰੇ ਹੀ ਪ੍ਰਮਾਤਮਾ ਦੀ ਜੀਵ ਇਸਤਰੀਆਂ ਹਾਂ। ਭਾਦੋਏ ਭਰਮ ਭੁਲਾਣੀਆਂ, ਭੁੱਲ ਬੈਠੀ ਦੂਜੇ ਲੱਗਾ ਹੇਤ। ਜਿਹੜਾ ਪਿਆਰ, ਜਿਹੜਾ ਨੇਹ ਆਪਣੇ ਗੁਰੂ ਦੇ ਨਾਲ ਹੋਣਾ ਚਾਹੀਦਾ ਸੀ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ ਸੀ, ਉਹ ਨੇ ਕਿਸੇ ਦੂਜੇ ਨਾਲ ਲਾ ਬੈਠੀ। ਉਦਾਹਰਨ ਦੇ ਤੌਰ ਤੇ, ਕਿਉਂਕਿ ਅੱਜ ਬਹੁਤਾਤ ਵਿੱਚ ਗਿਣਤੀ ਮਿਲਦੀ ਹੈ ਦੇਹ ਧਾਰੀ ਗੁਰੂਆਂ ਦੀ, ਜੋ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਤੋੜ ਕੇ ਆਪਣੇ ਨਾਲ ਜੋੜ ਰਹੇ ਨੇ। ਤੇ ਮਨੁੱਖ ਭਰਮ ਵਿੱਚ ਪੈ ਕੇ, ਭੁਲੇਖੇ ਵਿੱਚ ਪੈ ਕੇ ਵੀ ਇੱਥੇ ਹੀ ਮੇਰਾ ਕਿਤੇ ਪਾਰ ਉਤਾਰਾ ਹੋ ਜੇ, ਤੇ ਉਹਨਾਂ ਦੇ ਲੜ ਲੱਗ ਜਾਂਦਾ ਹੈ। ਪਰ ਗੁਰੂ ਸਾਹਿਬ ਆਖਦੇ ਨੇ ਭਾਈ, ਜੇਕਰ ਗੁਰੂ ਨਾਨਕ ਦੇ ਘਰ ਵਿੱਚ ਤੇਰੀ ਪੂਰੀ ਨਹੀਂ ਪਈ, ਕਿਤੇ ਵੀ ਤੇਰੀ ਪੂਰੀ ਪੈਣ ਵਾਲੀ ਨਹੀਂ। ਆਪਣੇ ਮਨ ਵਿੱਚੋਂ ਇਹ ਭਰਮ ਭੁਲੇਖਾ ਕੱਢ ਦੇ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ। ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੋ ਪਾਵੇ। ਸਭ ਕੁਝ ਗੁਰੂ ਕੋਲ ਹੈ, ਪਰ ਤੂੰ ਭਾਈ ਭਰਮ ਵਿੱਚ ਨਾ ਪੈ। ਆਪਣੇ ਗੁਰੂ ਦੇ ਲੜ ਲੱਗ, ਪਰਮੇਸ਼ਰ ਦਾ ਨਾਮ ਜਪ, ਪਰਮੇਸ਼ਰ ਦੇ ਨਾਲ, ਨਿਰੰਕਾਰ ਦੇ ਨਾਲ ਪਿਆਰ ਪਾ ਭਾਈ, ਫਿਰ ਤੇਰਾ ਪਾਰ ਉਤਾਰਾ ਹੋਵੇਗਾ। ਸਾਡੀ ਜਿਹੜੀ ਹਾਲਤ ਹੈ, ਅਸੀਂ ਦੁਨਿਆਵੀ ਪਦਾਰਥਾਂ ਵਿੱਚ ਸੁੱਖ ਲੱਭਦੇ ਹਾਂ, ਇਹ ਵੀ ਇੱਕ ਭਰਮ ਹੈ। ਵੀ ਸੁੱਖ ਤਾਂ ਮਿਲਣਾ ਬਾਣੀ ਪੜ੍ਹ ਕੇ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ, ਗੁਰੂ ਦੇ ਹੁਕਮਾਂ ਤੇ ਚੱਲ ਕੇ, ਪਰ ਅਸੀਂ ਸੁੱਖ ਲੱਭ ਰਹੇ ਹਾਂ ਦੁਨਿਆਵੀ ਪਦਾਰਥਾਂ ਵਿੱਚੋਂ। ਗੁਰੂ ਸਾਹਿਬ ਆਖਦੇ ਨੇ ਭਾਈ, ਇਹ ਵੀ ਭਰਮ ਹੈ। ਹੁਣ ਭਰਮ ਬਾਬਤ ਭਗਤ ਰਵਿਦਾਸ ਜੀ ਨੇ ਬਚਨ ਕੀਤੇ ਨੇ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਵੀ ਭਰਮ ਕੀ ਹੈ? ਭਰਮ ਦੀ ਡੈਫੀਨੇਸ਼ਨ ਕੀ ਹੈ? ਵੀ ਜੋ ਦਿਸ ਰਿਹਾ ਉਹ ਨਾ ਹੋਵੇ, ਜੋ ਨਜ਼ਰ ਆ ਰਿਹਾ ਉਹ ਹਕੀਕਤ ਵਿੱਚ ਨਾ ਹੋਵੇ, ਇਹ ਹੈ ਭਰਮ। ਹੁਣ ਗੁਰੂ ਸਾਹਿਬ ਆਖਦੇ ਨੇ ਭਾਈ, ਭਰਮ ਵਿੱਚ ਪੈ ਕੇ, ਆਪਣੇ ਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ ਭਾਈ ਤੂੰ ਕਿਸੇ ਦੂਜੇ ਦੇ ਨਾਲ ਜਾਂ ਦੁਨਿਆਵੀ ਪਦਾਰਥਾਂ ਦੇ ਨਾਲ ਤੇਰਾ ਨੇਹ ਪਿਆਰ ਬਣ ਗਿਆ, ਫਿਰ ਕਹਿੰਦੇ ਭਾਈ ਤੇਰਾ ਸਾਰਾ ਜੀਵਨ ਵਿਅਰਥ ਹੈ। ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ। ਜਿਵੇਂ ਇੱਕ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਦੂਜੇ ਦੇ ਲਈ ਆਪਣੇ ਆਪ ਨੂੰ ਹਾਰ ਸ਼ਿੰਗਾਰੇ, ਵੀ ਤਿਆਰ ਹੋਵੇ ਕਿਸੇ ਦੂਜੇ ਦੇ ਲਈ। ਗੁਰੂ ਸਾਹਿਬ ਆਖਦੇ ਨੇ ਭਾਵੇਂ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਕਰ ਲਵੇ, ਉਹਨੂੰ ਲੋਕੀ ਚੰਗਾ ਨਹੀਂ ਆਖਦੇ, ਉਹਨੂੰ ਕੁਚੱਜੀ ਆਖਣਗੇ, ਕੁਲੱਖਣੀ ਆਖਣਗੇ। ਵੀ ਆਪਣੇ ਪਤੀ ਨੂੰ ਛੱਡ ਦਿੱਤਾ ਤੇ ਦੂਜੇ ਦੇ ਲਈ ਤਿਆਰ ਹੋਣਾ, ਦੂਜੇ ਦੇ ਲਈ ਹਾਰ ਸ਼ਿੰਗਾਰ ਕਰਨਾ, ਜਿਵੇਂ ਉਸ ਜੀਵ ਇਸਤਰੀ ਵਾਸਤੇ ਕੋਈ ਮਾਇਨੇ ਨਹੀਂ, ਕੋਈ ਲਾਭਵੰਦ ਨਹੀਂ। ਇਸ ਤਰ੍ਹਾਂ ਹੀ ਗੁਰੂ ਸਾਹਿਬ ਆਖਦੇ ਨੇ ਭਾਈ, ਜੇ ਆਪਣੇ ਗੁਰੂ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ ਭਾਈ ਤੇਰਾ ਪਿਆਰ ਦੁਨਿਆਵੀ ਪਦਾਰਥਾਂ ਦੇ ਨਾਲ ਹੈ, ਕਿਸੇ ਦੂਜੇ ਨਾਲ ਤੇਰਾ ਨੇਹ ਹੈ, ਫਿਰ ਕਹਿੰਦੇ ਭਾਈ ਤੇਰੀ ਜਿਹੜੀ ਹਾਲਤ ਹੈ ਉਸ
ਉਚੱਜੀ ਕੁਲੱਖਣੀ ਜੀਵ ਇਸਤਰੀ ਵਰਗੀ ਹੈ, ਜਿਵੇਂ ਉਹਦਾ ਕੀਤਾ ਹੋਇਆ ਹਾਰ ਸ਼ਿੰਗਾਰ ਕਿਸੇ ਮਾਇਨੇ ਨਹੀਂ ਰੱਖਦਾ, ਇਸੇ ਤਰ੍ਹਾਂ ਭਾਈ ਤੇਰਾ ਜੀਵਨ ਵੀ ਫਿਰ ਵਿਅਰਥ ਹੈ, ਕਿਸੇ ਮਾਇਨੇ ਵਿੱਚ ਨਹੀਂ। ਅੱਗੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕੈਸਨ ਪ੍ਰੀਤ। ਹੁਣ ਸਰੀਰ ਦੇ ਨਾਲ ਮਨੁੱਖ ਦਾ ਸਭ ਤੋਂ ਵੱਧ ਕੇ ਪਿਆਰ ਹੈ। ਆਪਣੇ ਸਰੀਰ ਨੂੰ ਮਨੁੱਖ, ਆਪਣੇ ਸਰੀਰ ਨੂੰ ਆਪਾਂ ਹੱਦ ਨਾਲੋਂ ਵੱਧ ਪਿਆਰ ਕਰਦੇ ਹਾਂ। ਮਨੁੱਖ ਆਪਣੇ ਸਰੀਰ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦਾ ਹੈ, ਪਰ ਗੁਰੂ ਸਾਹਿਬ ਆਖਦੇ ਨੇ ਭਾਈ ਇਹ ਜਿਹੜਾ ਤੈਨੂੰ ਸਰੀਰ ਮਿਲਿਆ, ਇਹ ਦੇਹ ਮਿਲੀ ਹੈ, ਮਨੁੱਖਾ ਜਨਮ ਮਿਲਿਆ, ਇਹ ਵਾਹਿਗੁਰੂ ਦੀ ਕਿਰਪਾ ਸਦਕੇ ਭਾਈ ਤੈਨੂੰ ਮਿਲੀ ਹੈ। ਜਿਹੜਾ ਤੈਨੂੰ ਸਰੀਰ ਮਿਲਿਆ ਵਾਹਿਗੁਰੂ ਦੀ ਇਹ ਅਨਮੋਲ ਦਾਤ ਹੈ ਵੀ ਤੈਨੂੰ ਮਨੁੱਖਾ ਜਨਮ ਮਿਲਿਆ, ਤੈਨੂੰ ਸਵਸਥ ਸਰੀਰ ਮਿਲਿਆ। ਭਾਈ ਇਹ ਸਰੀਰ ਦੇ ਨਾਲ ਤੂੰ ਧਨ ਦੌਲਤ ਕਮਾਈ ਦੁਨਿਆਵੀ ਪਦਾਰਥ ਇਕੱਤਰ ਕੀਤੇ, ਪਰ ਯਾਦ ਰੱਖੀ ਜਿਸ ਦਿਨ ਇਹ ਸਰੀਰ ਵਿੱਚੋਂ ਸਵਾਸ ਨਿਕਲ ਗਏ, ਪ੍ਰਾਣ ਨਿਕਲ ਗਏ, ਆਤਮਾ ਨੇ ਜਿਸ ਦਿਨ ਉਡਾਰੀ ਮਾਰ ਦਿੱਤੀ ਭਾਈ, ਫਿਰ ਆਪਣੇ ਪਰਿਵਾਰ ਵਾਲੇ ਕਹਿਣ ਲੱਗ ਪੈਂਦੇ ਨੇ ਭਾਈ ਇਹ ਮਰ ਗਿਆ। ਜਿਤ ਦਿਨ ਦੇਹ ਬਿਨਸੀ, ਬੜਾ ਪਿਆਰ ਹੈ, ਬੜਾ ਨੇ ਆਪਣੇ ਸਰੀਰ ਦੇ ਨਾਲ। ਗੁਰੂ ਸਾਹਿਬ ਆਖਦੇ ਨੇ ਸੁਵਾਸ ਨਿਕਲਣ ਦੀ ਦੇਰ ਆਪਣੇ ਹੀ ਕਹਿਣ ਲੱਗ ਪੈਂਦੇ ਨੇ ਭਾਈ ਇਹ ਗੁਜ਼ਰ ਗਿਆ, ਹੁਣ ਨੂੰ ਛੇਤੀ ਬਾਹਰ ਲੈ ਚਲੋ। ਸੋ ਗੁਰੂ ਸਾਹਿਬ ਨੇ ਸਾਨੂੰ ਦ੍ਰਿਸ਼ਟਾਂਤ ਦੇ ਕੇ ਬਾਰ-ਬਾਰ ਸੁਚੇਤ ਕੀਤਾ ਭਾਈ ਵੀ ਕਿਸੇ ਭਰਮ ਭੁਲੇਖੇ ਵਿੱਚ ਨਾ ਪੈ। ਜੇਕਰ ਤੇਰਾ ਕੋਈ ਮਦਦਗਾਰ ਹੈ, ਸੱਚਾ ਸਾਥੀ ਹੈ, ਜਿਹਨੇ ਤੇਰੀ ਮਦਦ ਕਰਨੀ ਹੈ ਇਸ ਲੋਕ ਵਿੱਚ ਪਰਲੋਕ ਵਿੱਚ, ਉਹ ਹੈ ਪਰਮੇਸ਼ਰ ਦਾ ਨਾਮ। ਨਹੀਂ ਤਾਂ ਗੁਰੂ ਸਾਹਿਬ ਆਖਦੇ ਨੇ ਭਾਈ ਜੇਕਰ ਤੂੰ ਨਾਮ ਨਹੀਂ ਜਪੇਂਗਾ ਸੰਸਾਰ ਤੋਂ, ਦੇਖੋ ਇੱਕ ਦਿਨ ਜਿਹੜਾ ਆਇਆ ਉਹਨੇ ਜਾਣਾ ਹੈ, ਜੋ ਆਇਆ ਸੋ ਚਲ ਸੀ, ਸਭ ਕੋ ਆਈ ਵਾਰੀ ਹੈ। ਪਰ ਉਹਨਾਂ ਦੀ ਹਾਲਤ ਕੈਸੀ ਹੁੰਦੀ ਹੈ ਜਿਹੜੇ ਨਾਮ ਨਹੀਂ ਜਪਦੇ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਫਿਰ ਜਮ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੇ ਨੇ ਤੇ ਪਿਛਲਿਆਂ ਨੂੰ ਭੇਤ ਨਹੀਂ ਲੱਗਦਾ ਵੀ ਜਿਹੜਾ ਸਾਡੇ ਤੋਂ ਵਿਛੜ ਕੇ ਗਿਆ ਕਿੱਥੇ ਗਿਆ ਹੈ, ਕਿੱਥੇ ਉਹਦਾ ਜਨਮ ਹੋਇਆ ਜਾਂ ਨਹੀਂ ਹੋਇਆ, ਕਿਹੜੀ ਜੋਨੀ ਵਿੱਚ ਪਿਆ, ਨਹੀਂ ਕਿਸੇ ਨੂੰ ਭੇਤ ਲੱਗਦਾ। ਜੇਕਰ ਨਾਮ ਜਪਿਆ ਫਿਰ ਤਾਂ ਵਾਹਿਗੁਰੂ ਦੇ ਚਰਨ 'ਚ ਅਭੇਦਤਾ ਥਾਂ ਮਿਲ ਜਾਂਦੀ। ਜੇ ਨਹੀਂ ਜਪਿਆ ਫਿਰ ਗੁਰੂ ਸਾਹਿਬ ਆਖਦੇ ਨੇ ਭਾਈ ਜਮਾਂ ਦੇ ਵਸ ਮਨੁੱਖ ਪੈ ਜਾਂਦਾ ਹੈ, ਫਿਰ ਸਜ਼ਾ ਦਾ ਅਧਿਕਾਰੀ। ਛੱਡ ਖੜੋਤੇ ਖਿਨੈ ਮਾਹੇ ਜਿਨਸੋਂ ਲੱਗਾ ਹੈ। ਜਿਨ੍ਹਾਂ ਸਾਖ ਸੰਬੰਧੀਆਂ ਦੇ ਨਾਲ, ਪਰਿਵਾਰ ਦੇ ਨਾਲ, ਧੀ ਪੁੱਤਰ ਜਿਨ੍ਹਾਂ ਦੇ ਨਾਲ ਤੇਰਾ ਅਤ ਦਾ ਨੇਹ ਸੀ, ਪਿਆਰ ਸੀ, ਸੁਆਸ ਨਿਕਲਣ ਦੀ ਦੇਰ ਇੱਕ ਪਲ ਵਿੱਚ ਸਾਰੇ ਦੂਰ ਜਾ ਕੇ ਤੇਰੇ ਤੋਂ ਭਾਈ ਖੜੇ ਹੋ ਜਾਣਗੇ ਵੀ ਇਹ ਤਾਂ ਮਰ ਗਿਆ ਭਾਈ। ਇੱਕ ਪਲ ਲੱਗਾ, ਜਿਨ੍ਹਾਂ ਦੇ ਲਈ ਤੂੰ ਸਾਰਾ ਜੀਵਨ ਮਿਹਨਤ ਕੀਤੀ, ਮਸ਼ੱਕਤ ਕੀਤੀ, ਦਿਨ ਰਾਤ ਇੱਕ ਕੀਤਾ, ਇੱਕ ਪਲ ਵਿੱਚ ਭਾਈ ਤੇਰੇ ਲਈ ਬਗਾਨੇ ਹੋ ਗਏ। ਕਿਉਂਕਿ ਇਕੱਲੇ ਸੰਸਾਰ ਤੇ ਆਏ ਆ ਤੇ ਇਕੱਲੇ ਸੰਸਾਰ ਤੁਸੀਂ ਜਾਣਾ। ਜੇ ਨਾਲ ਕੁਝ ਜਾਣਾ ਹੈ, ਜੇ ਕੁਝ ਨਾਲ ਲੈ ਕੇ ਜਾ ਸਕਦੇ, ਉਹ ਹੈ ਪਰਮੇਸ਼ਰ ਦਾ ਨਾਮ। ਜੇ ਅਸੀਂ ਜਪਿਆ ਹੋਵੇਗਾ ਤੇ ਨਾਮ ਜਪਾਂਗੇ ਸਾਨੂੰ ਸੁੱਖ ਮਿਲਣੇ, ਕਿਉਂਕਿ ਨਾਮ ਵਿੱਚ ਸੁੱਖ ਨੇ। ਨਾਮ ਜਪ ਕੇ ਸਾਡੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋਣੀਆਂ ਨੇ। ਨਾਮ ਜਪ ਕੇ ਦੁੱਖਾਂ ਤੋਂ ਬਚ ਸਕਦੇ ਆ। ਕਹਿ ਸਕਦੇ ਹਾਂ ਸਾਰੀਆਂ ਬਰਕਤਾਂ ਹੀ ਵਾਹਿਗੁਰੂ ਦੇ ਨਾਮ ਵਿੱਚ ਨੇ। ਜੇ ਨਾਮ ਨਹੀਂ ਜਪਦੇ ਫਿਰ ਸੁੱਖ ਦੀ ਕਲਪਨਾ ਨਹੀਂ ਕਰ ਸਕਦੇ। ਹਰ ਕੇ ਨਾਮ ਬਿਨਾਂ ਦੁੱਖ ਪਾਵੈ। ਅੱਗੇ ਕਿਰਪਾ ਕੀਤੀ ਹੈ, ਹੱਥ ਮਰੋੜੈ ਤਨ ਕੱਪੇ ਸਿਆਹੋ ਵਾਸੇ। ਜਦੋਂ ਸਵਾਸ ਨਿਕਲਦੇ ਨੇ ਮੌਤ ਨੂੰ ਆਈ ਵੇਖ ਕੇ ਫਿਰ ਮਨੁੱਖ ਬੜਾ ਘਬਰਾਉਂਦਾ ਹੈ, ਪਛਤਾਉਂਦਾ ਹੈ, ਅੰਦਰੋਂ ਬੜਾ ਔਖਾ ਹੁੰਦਾ ਹੈ। ਕਿਉਂਕਿ ਫਿਰ ਅੱਤ ਦੀ ਜੋ ਪੀੜਾ ਹੁੰਦੀ ਹੈ, ਜਿਵੇਂ ਕੋਈ ਸਰੀਰ ਨੂੰ ਕੱਟ ਰਿਹਾ ਹੋਵੇ, ਸੁਵਾਸ ਨਿਕਲੇ ਫਿਰ ਖੂਨ ਦਾ ਰੰਗ ਵੀ ਬਦਲੀ ਹੋ ਜਾਂਦਾ ਹੈ। ਜੋ ਪਹਿਲਾਂ ਗੂੜਾ ਲਾਲ ਸੀ ਉਹ ਸਫੈਦ ਹੋ ਜਾਂਦਾ ਹੈ, ਕਿਉਂਕਿ ਸੁਵਾਸ ਨਿਕਲ ਗਏ। ਪਿੱਛੇ ਦਾ ਫਿਰ ਮਿੱਟੀ ਦੀ ਢੇਰੀ ਹੈ। ਜਿਹਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਹੁਣ ਗੁਰੂ ਸਾਹਿਬ ਨੇ ਇੱਥੇ ਇੱਕ ਗੱਲ ਇਹ ਵੀ ਸਾਨੂੰ ਸਮਝਾ ਦਿੱਤੀ ਹੈ, ਭਾਈ ਤੂੰ ਕਿਸੇ ਨੂੰ ਉਲਾਂਭਾ ਨਹੀਂ ਦੇ ਸਕਦਾ। ਜਿਸ ਤਰ੍ਹਾਂ ਦਾ ਤੇਰਾ ਜੀਵਨ ਚੱਲ ਰਿਹਾ ਹੈ, ਜੀਵਨ ਵਿੱਚ ਸੁੱਖ ਨੇ ਜਾਂ ਜੀਵਨ ਵਿੱਚ ਦੁੱਖ ਹੈ, ਉਹ ਭਾਈ ਤੇਰੇ ਆਪਣੇ ਬੀਜੇ ਹੋਏ ਬੀਜ ਨੇ। ਤੂੰ ਆਪਣੀ ਬੀਜੀ ਹੋਈ ਫਸਲ, ਉਹਦਾ ਭਾਈ ਤੂੰ ਫਲ ਖਾ ਰਿਹਾ ਹੈ। ਜਿਹਾ ਬੀਜੈ ਸੋ ਲੂਣੈ, ਵੀ ਜਿਸ ਤਰ੍ਹਾਂ ਦਾ ਅਸੀਂ ਬੀਜ ਬੀਜਦੇ ਹਾਂ ਉਸ ਤਰ੍ਹਾਂ ਦਾ ਹੀ ਸਾਨੂੰ ਫਲ ਮਿਲਦਾ ਹੈ। ਜੇਕਰ ਦੁਨਿਆਵੀ ਤੌਰ ਤੇ ਵੀ ਵੇਖੀਏ, ਕਿਸਾਨ ਆਪਾਂ ਸਾਰੇ ਬੈਠੇ ਹਾਂ, ਜੇ ਕਣਕ ਦਾ ਬੀਜ ਬੀਜਿਆ ਤੇ ਫਸਲ ਕਣਕ ਦੀ ਪੈਦਾ ਹੋਵੇਗੀ। ਜੇ ਮੱਕੀ ਬੀਜੀਏ ਤੇ ਮੱਕੇ ਦੀ ਫਸਲ ਪੈਦਾ ਹੋਵੇਗੀ। ਇਹ ਨਹੀਂ
ਵੀ ਕਣਕ ਦੇ ਬੀਜ ਬੀਜਿਆ ਤੇ ਫਸਲ ਮੱਕੀ ਦੀ ਪੈਦਾ ਹੋ ਜਾਏ, ਐਸਾ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰੂ ਸਾਹਿਬ ਆਖਦੇ ਨੇ, ਭਾਈ ਜੇ ਮਾੜਾ ਕਰਮ ਕੀਤਾ ਹੈ ਤੂੰ ਉਮੀਦ ਰੱਖੇ ਵੀ ਇਹਦਾ ਫਲ ਚੰਗਾ ਮਿਲੇਗਾ। ਗੁਰੂ ਸਾਹਿਬ ਆਖਦੇ ਨੇ, ਭਾਈ ਨਹੀਂ, ਵੀ ਤੂੰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਜੇ ਜੀਵਨ ਵਿੱਚ ਦੁੱਖ ਹੈ ਤਾਂ ਜ਼ਿੰਮੇਵਾਰ ਤੂੰ ਆਪ ਹੈ, ਤੂੰ ਆਪ ਕਿਤੇ ਬੀਜ ਬੀਜਿਆ। ਕਿਉਂਕਿ ਗੁਰੂ ਸਾਹਿਬ ਦਾ ਬਚਨ ਹੁੰਦਾ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਣਾ। ਵੀ ਜਿਸ ਤਰ੍ਹਾਂ ਦਾ ਭਾਈ ਤੂੰ ਬੀਜ ਬੀਜਿਆ ਉਸ ਤਰ੍ਹਾਂ ਦਾ ਹੀ ਫਲ ਤੇਰੀ ਝੋਲੀ ਵਿੱਚ ਪੈਣਾ ਹੈ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ, ਭਾਈ ਸੁਚੇਤ ਹੋ, ਐਸੇ ਬੀਜ ਨਾ ਬੀਜ, ਐਸੇ ਮਾੜੇ ਕਰਮ ਨਾ ਕਰ ਵੀ ਜਿਹਦਾ ਕੱਲ ਤੈਨੂੰ ਫਲ ਖਾਣਾ ਔਖਾ ਹੋ ਜਾਏ। ਇਹ ਸੱਚਾਈ, ਇਹ ਹਕੀਕਤ ਹੈ ਵੀ ਜਿਸ ਤਰ੍ਹਾਂ ਦੇ ਤੂੰ ਬੀਜ ਬੀਜੇ ਨੇ, ਜਿਸ ਤਰ੍ਹਾਂ ਦੇ ਤੂੰ ਕਰਮ ਕਰ ਰਿਹਾ ਹੈ, ਉਸ ਤਰ੍ਹਾਂ ਦਾ ਤੈਨੂੰ ਫਲ ਮਿਲਣਾ ਹੈ। ਵੀ ਮਾੜੇ ਕਰਮ ਨਾ ਕਰ, ਚੰਗੇ ਕਰਮ ਕਰ, ਤਾਂ ਜੋ ਭਾਈ ਪ੍ਰਭੂ ਚਰਨਾਂ ਵਿੱਚ ਤੇਰੀ ਅਭੇਦਤਾ ਹੋਵੇ। ਅੱਗੇ ਕਿਰਪਾ ਕੀਤੀ ਹੈ, ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇ। ਇਹ ਨਾਨਕ ਜਿਨ੍ਹਾਂ ਦਾ ਰਾਖਾ ਗੁਰੂ ਬਣ ਜਾਂਦਾ, ਜੋ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਜੋ ਗੁਰੂ ਦੇ ਹੁਕਮਾਂ ਤੇ ਚੱਲਣ ਵਾਲੇ ਨੇ, ਉਹਨਾਂ ਨੂੰ ਗੁਰੂ ਨੇ ਪ੍ਰਭੂ ਚਰਨਾਂ 'ਚ ਅਭੇਦ ਕਰਾ ਦਿੱਤਾ ਹੈ। ਕਿਉਂਕਿ ਗੁਰੂ ਤੇ ਪਰਮੇਸ਼ਰ 'ਚ ਭੇਦ ਕੋਈ ਨਹੀਂ, ਗੁਰ ਪਰਮੇਸ਼ਰ ਏਕੋ ਜਾਣ। ਪੂਰੇ ਗੁਰੂ ਨੇ ਸਾਨੂੰ ਨਾਮ ਦੀ ਦਾਤ ਬਖਸ਼ਣੀ ਹੈ, ਪਰਮੇਸ਼ਰ ਦਾ ਨਾਮ ਸਾਨੂੰ ਬਖਸ਼ਣਾ ਹੈ, ਤੇ ਨਾਮ ਜਪ ਕੇ ਇਸ ਨਾਮ ਰੂਪੀ ਜਹਾਜ਼ ਵਿੱਚ ਸਵਾਰ ਹੋ ਕੇ ਮਨੁੱਖ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ, ਇਹਨੇ ਸਾਨੂੰ ਭਵ ਸਾਗਰ ਤੋਂ ਪਾਰ ਕਰਾਉਣਾ ਹੈ। ਪਰਮੇਸ਼ਰ ਦੇ ਨਾਮ ਨੇ ਸਾਨੂੰ ਦੁੱਖਾਂ ਤੋਂ ਬਚਾਉਣਾ ਹੈ। ਪਰਮੇਸ਼ਰ ਦੇ ਨਾਮ ਜਪ ਕੇ ਹੀ ਅਸੀਂ ਸੁੱਖ ਲੈ ਸਕਦੇ ਹਾਂ। ਨਾਮ ਵਿੱਚ ਹੀ ਸਾਰੇ ਸੁੱਖ ਨੇ। ਵੀ ਜਿਹੜੇ ਗੁਰੂ ਨਾਲ ਜੁੜ ਗਏ ਨੇ, ਗੁਰੂ ਨੇ ਉਹਨਾਂ ਦੀ ਸਾਂਝ ਪਰਮੇਸ਼ਰ ਦੇ ਨਾਲ ਬਣਾ ਦਿੱਤੀ ਹੈ। ਉਹ ਫਿਰ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਸੇ ਭਾਦੋਏ ਨਰਕ ਨਾ ਪਾਈਏ, ਗੁਰ ਰੱਖਣ ਵਾਲਾ ਹੇਤ। ਉਹ ਫਿਰ ਨਰਕਾਂ ਵਿੱਚ ਨਹੀਂ ਪਾਏ ਜਾਂਦੇ, ਜਮਾਂ ਦੇ ਵਸ ਨਹੀਂ ਪੈਂਦੇ, ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਸਹਿੜਨੀ ਪੈਂਦੀ, ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦੇ ਸ਼ਰਨ ਵਿੱਚ ਆ ਜਾਂਦੇ ਨੇ ਤੇ ਸਵਾਸ ਸਵਾਸ ਵਾਹਿਗੁਰੂ ਦਾ ਨਾਮ ਜਪਦੇ ਨੇ। ਉਹਨਾਂ ਦਾ ਸੰਸਾਰ ਤੇ ਆਇਆ ਸਫਲਾ ਹੋ ਜਾਂਦਾ, ਆਪਣਾ ਮਨੁੱਖਾ ਜਨਮ ਸਫਲ ਕਰ ਲੈਂਦੇ ਨੇ। ਇਹ ਸਚਾਈ ਹੈ ਵੀ ਜਿਹੜੀ ਵਾਹਿਗੁਰੂ ਦੀ ਯਾਦ ਵਿੱਚ ਸਾਡਾ ਸਮਾਂ ਬਤੀਤ ਹੁੰਦਾ ਹੈ, ਵਾਹਿਗੁਰੂ ਦੀ ਯਾਦ ਵਿੱਚ ਜਿਹੜਾ ਅਸੀਂ ਸਮਾਂ ਬਤੀਤ ਕਰਦੇ ਹਾਂ, ਉਹ ਸਾਡਾ ਸਮਾਂ ਲੇਖੇ ਵਿੱਚ ਹੈ, ਉਹ ਪ੍ਰਵਾਨ ਹੈ, ਉਹਦਾ ਸਾਨੂੰ ਲਾਭ ਹੈ। ਭਗਤ ਕਬੀਰ ਜੀ ਦਾ ਬਚਨ, ਕਬੀਰ ਏਕ ਘੜੀ ਆਧੀ ਘਰੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਉਹਦਾ ਲਾਭ ਹੈ। ਹੋਰ ਦੇਖੋ, ਦੁਨਿਆਵੀ ਕੰਮ ਧੰਦੇ ਨੇ ਅਸੀਂ ਕਰਨੇ ਨੇ, ਕਿਉਂਕਿ ਇਹ ਅਤ ਜ਼ਰੂਰੀ ਨੇ, ਜੀਵਨ ਜਿਉਣ ਵਾਸਤੇ ਕੰਮ ਕਰਨੇ ਪੈਂਦੇ ਨੇ। ਪਰ ਗੁਰੂ ਸਾਹਿਬ ਆਖਦੇ ਨੇ, ਭਾਈ ਕੰਮ ਧੰਦਿਆਂ ਵਿੱਚ ਇੰਨਾ ਵੀ ਗਲਤਾਨ ਨਾ ਹੋ ਵੀ ਮਾਲਕ ਲਈ ਤੇਰੇ ਕੋਲ ਸਮਾਂ ਨਾ ਹੋਵੇ, ਤੂੰ ਪਰਮੇਸ਼ਰ ਨੂੰ ਯਾਦ ਨਾ ਕਰ ਸਕੇ। ਇਹ ਕੰਮ ਕੇਵਲ ਜੀਵਨ ਜਿਉਣ ਵਾਸਤੇ ਨੇ, ਪਰ ਅੱਗੇ ਜਾ ਕੇ ਇਹਨਾਂ ਨੇ ਕੰਮ ਨਹੀਂ ਆਉਣਾ। ਉੱਤੇ ਇਹ ਹਿਸਾਬ ਕਿਤਾਬ ਨਹੀਂ ਹੋਵੇਗਾ ਵੀ ਜਿਉਂਦੇ ਜੀ ਬੜੀ ਮਿਹਨਤ ਕੀਤੀ ਹੈ, ਲੱਖਾਂ ਕਰੋੜਾਂ ਜੋੜ ਕੇ ਆਇਆ, ਬੜੇ ਮਹਿਲ ਮਾੜੀਆਂ ਨੂੰ ਨੇ ਉਸਾਰਿਆ। ਗੁਰੂ ਸਾਹਿਬ ਆਖਦੇ ਨੇ, ਬਚਨ ਆਪਾਂ ਪੜ੍ਹਦੇ ਹਾਂ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੋ ਸੰਗਤ ਵਿੱਚ ਆ ਕੇ ਸਤਸੰਗੀਆਂ ਦੇ ਨਾਲ ਮਿਲ ਕੇ ਭਾਈ ਤੂੰ ਨਾਮ ਜਪਿਆ ਹੋਵੇਗਾ, ਪਰਮੇਸ਼ਰ ਦਾ ਨਾਮ, ਉਹਨੇ ਭਾਈ ਤੇਰਾ ਸਾਥ ਨਿਭਾਉਣਾ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਜੇ ਤੂੰ ਨਾਮ ਜਪੇਂਗੇ ਸ਼ਲੋਕ ਵਿੱਚ ਵੀ ਤੇਰੀ ਸੋਭਾ, ਤੇ ਭਾਈ ਜਦੋਂ ਪਰਲੋਕ ਵਿੱਚ ਪਰਮੇਸ਼ਰ ਕੋਲ ਜਾਵੇਂਗਾ, ਉੱਥੇ ਜਾ ਕੇ ਵੀ ਤੈਨੂੰ ਇੱਜ਼ਤ ਮਾਣ ਸਤਿਕਾਰ ਦੀ ਪ੍ਰਾਪਤੀ ਹੋਵੇਗੀ ਭਾਈ, ਜੇ ਤੂੰ ਨਾਮ ਜਪੇਂਗਾ। ਸੋ ਕਹਿਣ ਤੋਂ ਭਾਵ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਅਨੇਕਾਂ ਦ੍ਰਿਸ਼ਟਾਂਤ ਦੇ ਕੇ ਵੀ ਕਿਸੇ ਭਰਮ ਭੁਲੇਖੇ ਵਿੱਚ ਨਾ ਪੈ। ਸੁੱਖ ਸਾਰੇ ਜੋ ਤੈਨੂੰ ਚਾਹੀਦੇ ਨੇ ਭਾਈ ਉਹ ਪਰਮੇਸ਼ਰ ਦੇ ਨਾਮ ਵਿੱਚ ਨੇ। ਦੁੱਖਾਂ ਤੋਂ ਬਚਣਾ ਚਾਹੁੰਦਾ ਹੈ ਤੇ ਪਰਮੇਸ਼ਰ ਦਾ ਨਾਮ ਜਪ। ਮਨ ਦੀਆਂ ਇੱਛਾਵਾਂ ਤੇਰੀਆਂ ਅਧੂਰੀਆਂ ਨੇ, ਪੂਰੀਆਂ ਹੋ ਜਾਣ ਤੇ ਪਰਮੇਸ਼ਰ ਦਾ ਨਾਮ ਜਪ ਤੇ ਅਰਦਾਸ ਕਰ, ਕਿਉਂਕਿ ਇੱਥੇ ਸਭ ਕੁਝ ਹੈ ਗੁਰੂ ਨਾਨਕ ਦੇ ਘਰ ਵਿੱਚ। ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇਹ ਸੋ ਪਾਵੇ। ਸਭ ਕੁਝ ਇੱਥੇ ਹੈ। ਸੋ ਅਰਦਾਸ ਕਰੀਏ ਵਾਹਿਗੁਰੂ ਅੱਗੇ
ਇਹ ਜੋ ਮਹੀਨਾ ਅੱਜ ਪ੍ਰਾਰੰਭ ਹੋਇਆ ਹੈ, ਸਤਿਗੁਰੂ ਜੀ ਕਿਰਪਾ ਕਰਨ ਸਾਡਾ ਸਾਰਿਆਂ ਦਾ ਵਾਹਿਗੁਰੂ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੁਖਮਈ ਆਨੰਦਮਈ ਤਰੀਕੇ ਨਾਲ ਬਤੀਤ ਹੋਵੇ। ਸੋ ਅਰਦਾਸ ਕਰੀਏ ਵਾਹਿਗੁਰੂ ਅੱਗੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਭੁਲਾਂ ਚੁਕਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।